ਕੰਚਨ ਆਊਟਲੁੱਕ। ਗੌੜੀ ਸੁਖਮਣੀ ਮਹਿਲਾ ਪੰਜਵਾਂ। ਸੁਖਮਣੀ ਸਾਹਿਬ ਜੀ ਦੀ ਬਾਣੀ ਰਾਗ ਗੌੜੀ ਦੇ ਵਿੱਚ ਦਰਜ ਹੈ ਤੇ ਇਸ ਦੇ ਰਚਨਹਾਰੇ ਗੁਰੂ ਅਰਜਨ ਸਾਹਿਬ ਜੀ ਹਨ। ਸ਼ਲੋਕ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ, ਸਤਿ ਗੁਰੇ ਨਮਹਿ ਸ੍ਰੀ ਗੁਰੂਦੇਵ ਏ ਨਮਹਿ। ਬਾਣੀ ਦੀ ਸ਼ੁਰੂਆਤ ਗੁਰੂ ਜੀ ਉਸ ਅਕਾਲ ਪੁਰਖ ਨੂੰ ਜੋ ਕਿ ਇਸ ਜਗਤ ਦਾ ਮੁੱਢ ਹੈ, ਆਦਿ ਹੈ, ਜੋ ਕਿ ਜੁਗਾਂ ਦਾ ਵੀ ਮੁੱਢ ਹੈ, ਭਾਵ ਜੁਗਾਦ ਹੈ, ਉਸ ਅਕਾਲ ਪੁਰਖ ਨੂੰ, ਆਪਣੇ ਗੁਰੂ ਨੂੰ, ਸ੍ਰੀ ਗੁਰੂਦੇਵ ਨੂੰ ਨਮਸਕਾਰ ਕਰਕੇ ਕਰਦੇ ਹਨ। ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਗੁਰੂ ਜੀ ਕਹਿੰਦੇ ਕਿ ਮੈਂ ਉਸ ਅਕਾਲ ਪੁਰਖ ਦਾ ਨਾਮ ਸਿਮਰਾਂ ਤੇ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਮੇਰੇ ਤਨ ਦੇ ਸਾਰੇ ਹੀ ਦੁੱਖ ਅਤੇ ਵਿਖਾਂਦ ਮਿਟਾ ਲਵਾਂ। ਸਿਮਰੋ ਜਾਸ ਬਿਸੁੰਭਰ ਏਕੈ, ਨਾਮ ਜਪਤ ਆਗਨਤ ਅਨੇਕੈ। ਬਿਸੁੰਭਰ ਤੋਂ ਭਾਵ ਜਗਤ ਦਾ ਪਾਲਕ, ਜਿਹੜਾ ਕਿ ਇੱਕ ਹੀ ਹੈ। ਗੁਰੂ ਜੀ ਕਹਿੰਦੇ ਕਿ ਇਸ ਜਗਤ ਦਾ ਪਾਲਕ ਪਰਮਾਤਮਾ ਜੋ ਇੱਕ ਹੀ ਹੈ, ਮੈਂ ਉਸ ਨੂੰ ਸਿਮਰਾਂ ਜਿਹਦਾ ਨਾਮ ਕਿ ਅਣਗਿਣਤ ਜੀਵ ਜਪ ਰਹੇ ਹਨ। ਵੇਦ ਪੁਰਾਣ ਸਿਮਰਤ ਸੁਦਾਖਰ, ਕੀਨੇ RAM ਨਾਮ ਇੱਕ ਆਖਰ। ਵੇਦਾਂ ਪੁਰਾਣਾਂ ਅਤੇ ਸਮਿਰਤੀਆਂ ਦੇ ਵਿੱਚ ਵੀ ਉਸ ਅਕਾਲ ਪੁਰਖ ਦੇ ਨਾਮ ਨੂੰ ਸਭ ਤੋਂ ਪਵਿੱਤਰ ਮੰਨਿਆ ਗਿਆ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਉਹ ਪ੍ਰਮਾਤਮਾ ਇੱਕ ਹੀ ਹੈ ਅਤੇ ਇੱਕ ਹੀ ਰਹੇਗਾ। ਆਪਣੇ ਆਪਣੇ ਸੱਭਿਆਚਾਰ, ਕਲਚਰ, ਬੋਲੀ, ਇਹਨਾਂ ਸਭ ਦੇ ਕਰਕੇ ਤੁਸੀਂ ਉਹਨੂੰ ਵੱਖੋ ਵੱਖਰੇ ਨਾਮ ਦੇ ਨਾਲ ਪੁਕਾਰ ਸਕਦੇ ਹੋ, ਪਰ ਉਹ ਰਹੇਗਾ ਇੱਕ ਹੀ। ਨਾਮ ਤੁਸੀਂ ਜੋ ਵੀ ਦੇ ਲਵੋ। ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਿਨਕਾ ਤੋਂ ਭਾਵ ਕਿ ਤਿਨਕਾ ਪਰ। ਉਸ ਇੱਕ ਪਰਮਾਤਮਾ ਦੇ ਨਾਮ ਦਾ ਜੇ ਇੱਕ ਤਿਨਕਾ ਵੀ ਮਨੁੱਖ ਆਪਣੇ ਜੀ ਦੇ ਵਿੱਚ ਵਸਾ ਲਵੇ ਤਾਂ ਉਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ। ਉਹ ਇੰਨਾ ਗੁਣਵਾਨ ਹੋ ਜਾਂਦਾ ਹੈ। ਕਾਂਖੀ ਏਕੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਕਾਂਖੀ ਤੋਂ ਭਾਵ ਚਾਹਵਾਨ ਹੋਣਾ। ਕਹਿੰਦੇ ਜੋ ਮਨੁੱਖ ਹੇ ਅਕਾਲ ਪੁਰਖ ਤੇਰੇ ਦਰਸ਼ਨਾਂ ਦੀ ਚਾਹ ਕਰਦੇ ਨੇ, ਤੇਰੇ ਦਰਸ਼ਨਾਂ ਦੇ ਚਾਹਵਾਨ ਨੇ। ਕਾਂਖੀ ਏਕੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਮੈਨੂੰ ਨਾਨਕ ਨੂੰ ਉਹਨਾਂ ਦੀ ਸੰਗਤ ਦੇ ਵਿੱਚ ਰੱਖ ਕੇ ਇਸ ਸੰਸਾਰ ਸਮੁੰਦਰ ਤੋਂ ਬਚਾ ਲਵੋ, ਉਧਾਰ ਲਵੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ। ਰਹਾਉ। ਸਾਰੇ ਸੁੱਖਾਂ ਤੋਂ ਸ੍ਰੇਸ਼ਟ ਸੁੱਖ ਅੰਮ੍ਰਿਤ ਰੂਪ ਉਸ ਪਰਮਾਤਮਾ ਦਾ ਨਾਮ ਹੈ ਤੇ ਇਹ ਨਾਮ ਭਗਤ ਜਨਾਂ ਦੇ ਹਿਰਦਿਆਂ ਦੇ ਵਿੱਚ ਵਸਦਾ ਹੈ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ। ਪਰਮਾਤਮਾ ਦਾ ਸਿਮਰਨ ਕਰਨ ਨਾਲ ਜੀਵ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਤੇ ਉਸ ਦੇ ਦੁੱਖ ਅਤੇ ਜਮਾਂ ਦਾ ਡਰ ਵੀ ਨਾਸ ਹੋ ਜਾਂਦੇ ਹਨ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਕਾਲ ਪਰੇ ਹਟ ਜਾਂਦਾ ਹੈ, ਮੌਤ ਦਾ ਡਰ ਪਰੇ ਹਟ ਜਾਂਦਾ ਹੈ, ਵਿਕਾਰ ਰੂਪ ਦੁਸ਼ਮਣ ਟਲ ਜਾਂਦੇ ਹਨ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਜੋ ਮਨੁੱਖ ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਹਰ ਰੋਜ਼ ਜਾਗਦਾ ਰਹਿੰਦਾ ਹੈ, ਆਪਣੀ ਜ਼ਿੰਦਗੀ ਜਾਗ ਕੇ ਜਿਉਂਦਾ ਹੈ, ਹਰ ਵਕਤ ਸੁਚੇਤ ਰਹਿੰਦਾ ਹੈ। ਇਸ ਲਈ ਉਹਨੂੰ ਜੀਵਨ ਦੇ ਵਿੱਚ ਕੋਈ ਵੀ ਵਿਘਨ ਨਹੀਂ ਲੱਗਦਾ, ਕੋਈ ਵੀ ਰੁਕਾਵਟ ਨਹੀਂ ਲੱਗਦੀ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਪਰਮਾਤਮਾ ਦਾ ਸਿਮਰਨ ਕਰਨ ਵਾਲੇ ਜੀਵ ਨੂੰ
ਕੋਈ ਵੀ ਡਰ ਨਹੀਂ ਵਿਆਪਦਾ, ਕੋਈ ਡਰ ਉਹਦੇ ਤੇ ਆਪਣਾ ਜ਼ੋਰ ਨਹੀਂ ਪਾ ਸਕਦਾ। ਇਹ ਗੱਲ ਸਮਝਣ ਵਾਲੀ ਹੈ ਕਿ ਇਹ ਨਹੀਂ ਕਿ ਉਹਦੇ ਜੀਵਨ ਦੇ ਵਿੱਚ ਡਰ ਪੈਦਾ ਕਰਨ ਵਾਲੀਆਂ ਸਥਿਤੀਆਂ ਨਹੀਂ ਆਉਂਦੀਆਂ। ਸਥਿਤੀਆਂ ਆਉਂਦੀਆਂ ਨੇ, ਪਰ ਉਹਦੇ ਮਨ ਤੇ ਉਹ ਸਥਿਤੀਆਂ ਡਰ ਪਾ ਨਹੀਂ ਸਕਦੀਆਂ, ਡਰ ਦਾ ਦਬਾਅ ਨਹੀਂ ਪਾ ਸਕਦੀਆਂ। ਤੇ ਅਗਲੀ ਗੱਲ ਵੀ ਕਿ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਇਹ ਨਹੀਂ ਕਿ ਦੁੱਖ ਆਉਂਦੇ ਨਹੀਂ, ਪਰ ਦੁੱਖ ਉਹਨੂੰ ਸਤਾਉਂਦੇ ਨਹੀਂ, ਸੰਤਾਪਦੇ ਨਹੀਂ, ਵਿਆਕੁਲ ਨਹੀਂ ਕਰਦੇ। ਸੁੱਖ ਦੁੱਖ ਤੇ ਜ਼ਿੰਦਗੀ ਦਾ ਹਿੱਸਾ ਹਨ। ਦੁਨਿਆਵੀ ਸੁੱਖ ਦੁੱਖ ਦੀਆਂ ਜੋ ਸਥਿਤੀਆਂ ਹਨ ਉਹ ਜ਼ਿੰਦਗੀ ਦਾ ਹਿੱਸਾ ਹਨ, ਜ਼ਿੰਦਗੀ ਦੇ ਵਿੱਚ ਆਉਣੀਆਂ ਹੀ ਹਨ। ਪਰ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ, ਪ੍ਰਮਾਤਮਾ ਦੇ ਨਾਲ ਜੁੜੇ ਹੋਏ ਮਨੁੱਖ ਤੇ ਉਹ ਸਥਿਤੀਆਂ ਕੋਈ ਅਸਰ ਨਹੀਂ ਪਾਉਂਦੀਆਂ। ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਮਾਤਮਾ ਦਾ ਜੋ ਸਿਮਰਨ ਹੈ ਸਾਧ ਜਨਾਂ ਦੀ ਸੰਗਤ ਦੇ ਵਿੱਚ ਮਿਲਦਾ ਹੈ। ਜਿਹੜਾ ਮਨੁੱਖ ਸੰਗਤ ਦੇ ਵਿੱਚ ਜੁੜ ਕੇ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਪਏ, ਉਹਨੂੰ ਦੁਨੀਆ ਦੇ ਸਾਰੇ ਹੀ ਖਜ਼ਾਨੇ ਉਸ ਨਾਮ ਦੇ ਵਿੱਚ ਹੀ ਨਜ਼ਰ ਆਉਣ ਲੱਗਦੇ ਹਨ। ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਪ੍ਰਮਾਤਮਾ ਦਾ ਸਿਮਰਨ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌਵੇਂ ਖਜ਼ਾਨੇ ਹਨ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਮਾਤਮਾ ਦਾ ਸਿਮਰਨ ਹੀ ਗਿਆਨ ਹੈ, ਸਿਮਰਨ ਹੀ ਧਿਆਨ ਹੈ, ਸਾਡੀ ਸੁਰਤ ਦਾ ਟਿਕਾਓ ਹੈ। ਪ੍ਰਮਾਤਮਾ ਦਾ ਸਿਮਰਨ ਕੀਤਿਆਂ ਹੀ ਸਾਡੀ ਜੋ ਸੁਰਤ ਹੈ ਉਹ ਟਿਕਦੀ ਹੈ, ਨਹੀਂ ਤੇ ਸਾਡਾ ਮਨ, ਸਾਡਾ ਦਿਮਾਗ ਚੱਲਦਾ ਹੀ ਰਹਿੰਦਾ ਹੈ। ਸਾਡੇ ਮਨ ਨੂੰ ਇੰਗਲਿਸ਼ ਦੇ ਵਿੱਚ ਅਕਸਰ ਹੀ ਮੰਕੀ ਮਾਈਂਡ ਕਹਿ ਦਿੰਦੇ ਹਨ। ਜਿਸ ਪ੍ਰਕਾਰ ਕੀ ਬਾਂਦਰ ਟਿਕ ਕੇ ਨਹੀਂ ਬੈਠਦਾ, ਇੱਕ ਟਾਹਣੀ ਤੋਂ ਦੂਜੀ ਟਾਹਣੀ ਤੇ ਦੂਜੀ ਤੋਂ ਤੀਜੀ ਤੇ ਟਪੂਸੀਆਂ ਮਾਰਦਾ ਰਹਿੰਦਾ ਹੈ, ਉਸੇ ਪ੍ਰਕਾਰ ਹੀ ਸਾਡਾ ਮਨ ਹੈ। ਕਦੇ ਇਸ ਗੱਲ ਨੂੰ ਫੜ ਕੇ ਬੈਠ ਗਿਆ, ਉਹਨੂੰ ਘੋਖੀ ਗਿਆ, ਉਹਨੂੰ ਛੱਡਿਆ ਤਾਂ ਦੂਜੀ ਫੜ ਲਈ, ਦੂਜੀ ਨੂੰ ਛੱਡਿਆ ਤਾਂ ਤੀਜੀ ਫੜ ਲਈ, ਇੱਥੋਂ ਤੱਕ ਕਿ ਸੁੱਤੇ ਪਿਆਂ ਦਾ ਵੀ ਟਿਕਦਾ ਨਹੀਂ। ਸੁਪਨਿਆਂ ਦੇ ਵਿੱਚ ਵੀ ਇੱਦਾਂ ਹੀ ਘੁੰਮਦਾ ਫਿਰਦਾ ਰਹਿੰਦਾ ਹੈ, ਬਾਂਦਰ ਵਾਂਗ ਟਪੂਸੀਆਂ ਮਾਰਦਾ ਰਹਿੰਦਾ ਹੈ। ਗੁਰੂ ਜੀ ਕਹਿੰਦੇ ਕਿ ਪਰਮਾਤਮਾ ਦਾ ਨਾਮ ਸਿਮਰਿਆ ਇਹਨੂੰ ਟੇਕ ਮਿਲ ਜਾਂਦੀ ਹੈ। ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ। ਤਤ ਬੁੱਧ ਤੋਂ ਭਾਵ ਕਿ ਅਸਲੇ ਦੀ ਸਮਝ ਆ ਜਾਂਦੀ ਹੈ ਕਿ ਇਸ ਜਗਤ ਦਾ ਮੂਲ ਉਹ ਪਰਮਾਤਮਾ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪਰਮਾਤਮਾ ਦਾ ਸਿਮਰਨ ਹੀ ਜਾਪ ਤਾਪ ਅਤੇ ਪੂਜਾ ਹਨ। ਇਸ ਪੰਕਤੀ ਦੇ ਵਿੱਚ ਗੁਰੂ ਜੀ ਸਾਡਾ ਇੱਕ ਭੁਲੇਖਾ ਦੂਰ ਕਰਦੇ ਹਨ। ਚਾਰ ਚੀਜ਼ਾਂ ਦੀ ਗੱਲ ਇਸ ਪੰਕਤੀ ਦੇ ਵਿੱਚ ਹੋਈ ਹੈ। ਇੱਕ ਹੈ ਪ੍ਰਭ ਕਾ ਸਿਮਰਨ, ਦੂਜਾ ਹੈ ਜਪ, ਤੀਜਾ ਹੈ ਤਪ, ਚੌਥਾ ਹੈ ਪੂਜਾ। ਜਪ ਤੋਂ ਅਸੀਂ ਕੀ ਸਮਝਦੇ ਹਾਂ? ਜੇਕਰ ਅਸੀਂ ਕਹੀਏ ਕਿ ਕੋਈ ਮਨੁੱਖ ਜਾਪ ਕਰਦਾ ਹੈ ਤਾਂ ਅਸੀਂ ਕੀ ਸਮਝਦੇ ਹਾਂ ਕਿ ਜਾਂ ਤੇ ਉਹ ਰਾਮ 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 ਕਰ ਰਿਹਾ ਹੈ, ਜਾਂ ਵਾਹਿਗੁਰੂ 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 ਕਰ ਰਿਹਾ ਹੈ, ਜਾਂ ਅੱਲਾ 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 ਕਰ ਰਿਹਾ ਹੈ। ਆਪੋ ਆਪਣੀ ਭਾਸ਼ਾ ਦੇ ਵਿੱਚ ਜੋ ਵੀ ਉਸਨੇ ਪਰਮਾਤਮਾ ਨੂੰ ਨਾਮ ਦਿੱਤਾ ਹੋਇਆ ਹੈ ਉਸ ਨਾਮ ਨੂੰ ਉਹ ਦੁਹਰਾਉਂਦਾ ਹੈ। ਜਾਂ ਕੋਈ ਮੰਤਰ ਹੋ ਸਕਦਾ ਹੈ ਜਿਸ ਨੂੰ ਉਹ ਬਾਰ-ਬਾਰ ਦੁਹਰਾ ਰਿਹਾ ਹੈ। ਉਸ ਪ੍ਰਕਿਰਿਆ ਨੂੰ ਅਸੀਂ ਜਾਪ ਕਹਿ ਦਿੰਦੇ ਹਾਂ। ਤਪ ਜਾਣੀ ਕਿ ਤਾਪ ਦੀ ਜੋ ਪ੍ਰਕਿਰਿਆ ਹੈ ਉਹਦੇ ਵਿੱਚ ਮਨੁੱਖ ਆਪਣੇ ਆਪ ਨੂੰ ਕਈ ਚੀਜ਼ਾਂ ਤੋਂ ਰੋਕਦਾ ਹੈ, ਵਰਤ ਵੀ ਰੱਖ ਸਕਦਾ ਹੈ, ਸਰੀਰ ਨੂੰ ਕੋਈ ਕਸ਼ਟ ਵੀ ਦੇ ਸਕਦਾ ਹੈ। ਇਸ ਪ੍ਰਕਾਰ ਦੀਆਂ ਜੋ ਪ੍ਰਕਿਰਿਆਵਾਂ ਹਨ ਉਹ ਤਪ ਕਹਾਉਂਦੀਆਂ ਹਨ। ਤੇ ਪੂਜਾ ਤੋਂ ਭਾਵ ਕਿ ਪ੍ਰਮਾਤਮਾ ਦਾ ਜੋ ਅਸੀਂ ਰੂਪ ਆਪਣੇ ਆਪ ਬਣਾ ਲਿਆ, ਬੇਸ਼ੱਕ ਉਹ ਕੋਈ ਮੂਰਤੀ ਹੋਵੇ, ਬੇਸ਼ੱਕ ਉਹ ਅਗਨੀ ਹੋਵੇ, ਉਹਨੂੰ ਮੁੱਖ ਰੱਖ ਕੇ ਅਸੀਂ ਉਹਦੀ ਮਹਿਮਾ ਕਰਦੇ ਹਾਂ, ਉਹਨੂੰ ਅਸੀਂ ਪੂਜਾ ਕਹਿ ਦਿੰਦੇ ਹਾਂ। ਪਰ ਸਮਝਣ ਵਾਲੀ ਗੱਲ ਇਹ ਹੈ ਕਿ ਗੁਰੂ ਜੀ ਕਹਿੰਦੇ ਕਿ ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਕਿ ਪ੍ਰਮਾਤਮਾ ਦਾ ਸਿਮਰਨ ਹੀ ਜਪ ਤਪ ਅਤੇ
ਪੂਜਾ ਹੈ। ਮਤਲਬ ਕੀ ਹੋਇਆ ਕਿ ਜੋ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ, ਜੋ ਉਹ ਤਰੀਕਾ ਹੈ, ਉਹ ਜਪ ਤਪ ਤੇ ਪੂਜਾ ਵਾਲਾ ਤਰੀਕਾ ਨਹੀਂ ਹੈ। ਉਹ ਤਰੀਕਾ ਵੱਖਰਾ ਹੈ। ਉਹਦੇ ਲਈ ਤੁਹਾਨੂੰ ਆਪਣੇ ਸਰੀਰ ਨੂੰ ਕੋਈ ਕਸ਼ਟ ਨਹੀਂ ਦੇਣਾ ਪੈਂਦਾ, ਕੋਈ ਖਾਸ ਪ੍ਰਕਿਰਿਆ ਨਹੀਂ ਕਰਨੀ ਪੈਂਦੀ, ਕੋਈ ਇੱਕ ਹੀ ਸ਼ਬਦ ਨੂੰ ਜਾਂ ਪੰਕਤੀ ਨੂੰ ਜਾਂ ਮੰਤਰ ਨੂੰ ਵਾਰ-ਵਾਰ ਦੁਹਰਾਉਣਾ ਨਹੀਂ ਪੈਂਦਾ। ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਹੀ ਅਸਲੀ ਸਿਮਰਨ ਹੈ। ਸਦਾ ਹੀ ਉਸ ਪਰਮਾਤਮਾ ਨੂੰ ਚੇਤੇ ਦੇ ਵਿੱਚ ਰੱਖਣਾ ਅਸਲੀ ਸਿਮਰਨ ਹੈ। ਜਪ ਤਪ ਪੂਜਾ ਜੋ ਹਨ, ਤੁਸੀਂ ਕੁਝ ਖਾਸ ਸਮੇਂ ਲਈ ਕਰ ਸਕਦੇ ਹੋ, ਕੁਝ ਮਿੰਟਾਂ ਲਈ, ਕੁਝ ਘੰਟਿਆਂ ਲਈ, ਕੁਝ ਦਿਨਾਂ ਲਈ ਕਰ ਸਕਦੇ ਹੋ। ਜੇ ਅਸੀਂ ਲਗਾਤਾਰ ਦੀ ਗੱਲ ਕਰੀਏ, ਨਿਰੰਤਰ ਦੀ ਗੱਲ ਕਰੀਏ, ਤਾਂ ਮੇਰਾ ਖਿਆਲ ਹੈ ਕਿ ਕੁਝ ਘੰਟੇ ਵੀ ਬਹੁਤ ਜ਼ਿਆਦਾ ਹਨ। ਪਰ ਪ੍ਰਮਾਤਮਾ ਦਾ ਸਿਮਰਨ ਅਸੀਂ ਸਦਾ ਹੀ ਕਰਨਾ ਹੈ, ਹਰ ਸਾਹ ਨਾਲ ਕਰਨਾ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਹਰ ਸਾਹ ਦੇ ਨਾਲ ਸਾਨੂੰ ਪ੍ਰਮਾਤਮਾ ਚੇਤੇ ਦੇ ਵਿੱਚ ਹੋਵੇ। ਉਹਨੂੰ ਚੇਤੇ ਦੇ ਵਿੱਚ ਰੱਖਣਾ ਹੀ ਉਹਦਾ ਸਿਮਰਨ ਹੈ। ਉਹਦੀ ਬਣਾਈ ਹੋਈ ਇਸ ਕੁਦਰਤ ਨੂੰ ਸਮਝਣਾ, ਇਹਦੀ ਵਿਸ਼ਾਲਤਾ ਨੂੰ ਸਮਝਣਾ, ਇਹਦੀ ਗੁੰਝਲ ਨੂੰ ਸਮਝਣਾ ਤੇ ਉਹਦੇ ਤੇ ਵਾਹ ਵਾਹ ਕਰਨੀ ਹੀ ਉਸ ਪਰਮਾਤਮਾ ਦਾ ਸਿਮਰਨ ਹੈ। ਤੇ ਉਹ ਸਿਮਰਨ ਜਪ ਤਪ ਅਤੇ ਪੂਜਾ ਤੋਂ ਵੀ ਕਿਤੇ ਜ਼ਿਆਦਾ ਸ੍ਰੇਸ਼ਟ ਹੈ। ਪ੍ਰਭ ਕਾ ਸਿਮਰਨ ਬਿਨਸੈ ਦੂਜਾ। ਇਸ ਪ੍ਰਕਾਰ ਦਾ ਸਿਮਰਨ ਜਦ ਕੋਈ ਮਨੁੱਖ ਕਰਦਾ ਤਾਂ ਪਰਮਾਤਮਾ ਤੋਂ ਇਲਾਵਾ ਦੂਜੀਆਂ ਵਸਤਾਂ, ਦੂਜੇ ਅਹਿਸਾਸਾਂ ਦਾ ਉਹਦਾ ਜੋ ਮੋਹ ਹੈ ਉਹ ਬਿਨਸ ਜਾਂਦਾ ਹੈ। ਪ੍ਰਭ ਕਾ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕਾ ਸਿਮਰਨ ਦਰਗਹਿ ਮਾਨੀ। ਪਰਮਾਤਮਾ ਦਾ ਸਿਮਰਨ ਕਰਨ ਵਾਲਾ ਮਨੁੱਖ ਤੀਰਥ ਇਸ਼ਨਾਨ ਕਰਨ ਵਾਲਾ ਹੋ ਜਾਂਦਾ ਹੈ। ਪਰਮਾਤਮਾ ਦੀ ਦਰਗਾਹ ਦੇ ਉੱਤੇ ਉਹਨੂੰ ਇੱਜ਼ਤ ਮਿਲਦੀ ਹੈ। ਪ੍ਰਭ ਕਾ ਸਿਮਰਨ ਹੋਏ ਸੋ ਭਲਾ, ਪ੍ਰਭ ਕਾ ਸਿਮਰਨ ਸੁਫਲ ਫਲਾ। ਪਰਮਾਤਮਾ ਦੇ ਸਿਮਰਨ ਦੇ ਵਿੱਚ ਰੁੱਝੇ ਹੋਏ ਮਨੁੱਖ ਨੂੰ ਇਸ ਜਗਤ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਭਲਾ ਹੀ ਪ੍ਰਤੀਤ ਹੁੰਦਾ ਹੈ। ਉਹਨੂੰ ਕਿਸੇ ਵੀ ਵਰਤਾਰੇ ਤੇ ਕੋਈ ਆਪੱਤੀ ਨਹੀਂ ਹੁੰਦੀ। ਉਹਦਾ ਇਸ ਗੱਲ ਦੇ ਵਿੱਚ ਪੂਰਨ ਤੇ ਪਰਪੱਕ ਯਕੀਨ ਹੁੰਦਾ ਹੈ ਕਿ ਜੋ ਵਾਪਰ ਰਿਹਾ ਹੈ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਵਾਪਰ ਰਿਹਾ ਹੈ। ਜੇ ਕਿਸੇ ਸਥਿਤੀ ਨੂੰ ਉਹ ਠੀਕ ਕਰ ਸਕਦਾ ਹੈ ਤਾਂ ਪ੍ਰਮਾਤਮਾ ਹੀ ਉਹਨੂੰ ਠੀਕ ਕਰਨ ਦੀ ਹਿੰਮਤ ਅਤੇ ਬਲ ਬਖਸ਼ਦਾ ਹੈ। ਠੀਕ ਕਰਨ ਦੀ ਸੋਚ ਵੀ ਪ੍ਰਮਾਤਮਾ ਹੀ ਬਖਸ਼ਦਾ ਹੈ। ਜੇ ਕਿਸੇ ਸਥਿਤੀ ਨੂੰ ਉਹ ਨਹੀਂ ਬਦਲ ਸਕਦਾ ਤਾਂ ਉਸ ਸਥਿਤੀ ਨੂੰ ਮੰਨ ਲੈਣ ਦੀ ਹਿੰਮਤ ਵੀ ਉਹ ਪ੍ਰਮਾਤਮਾ ਹੀ ਬਖਸ਼ਦਾ ਹੈ। ਪ੍ਰਭ ਕਾ ਸਿਮਰਨ ਸੁਫਲ ਫਲਾ, ਭਾਵ ਕਿ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ ਮਨੁੱਖ ਦਾ ਜਨਮ ਸਫਲ ਹੋ ਜਾਂਦਾ ਹੈ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪਰਮਾਤਮਾ ਦਾ ਸਿਮਰਨ ਉਹੀ ਕਰਦੇ ਹਨ ਜਿਨ੍ਹਾਂ ਤੋਂ ਉਹ ਪ੍ਰਮਾਤਮਾ ਖੁਦ ਆਪਣਾ ਸਿਮਰਨ ਕਰਵਾਉਂਦਾ ਹੈ, ਜਿਨ੍ਹਾਂ ਨੂੰ ਉਹ ਪ੍ਰਮਾਤਮਾ ਖੁਦ ਪ੍ਰੇਰਨਾ ਦਿੰਦਾ ਹੈ। ਹੇ ਨਾਨਕ, ਮੈਂ ਉਹਨਾਂ ਸਿਮਰਨ ਕਰਨ ਵਾਲਿਆਂ ਦੇ ਪੈਰੀਂ ਲੱਗਦਾ ਹਾਂ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 262ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਤੋਂ, ਅੱਜ ਦੀ ਵੀਡੀਓ ਤੋਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ, ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸ਼ੁਰੂਆਤ ਹੋ ਗਈ ਹੈ। ਅਸੀਂ ਕੋਸ਼ਿਸ਼ ਕਰਾਂਗੇ ਇਸ ਨਿਰੰਤਰਤਾ ਨੂੰ ਬਣਾਈ ਰੱਖਣ ਦੀ ਤੇ ਜਲਦੀ ਤੋਂ ਜਲਦੀ ਇਸ ਬਾਣੀ ਨੂੰ ਸਮਾਪਤ ਕਰਨ ਦੀ, ਤਾਂ ਕਿ ਤੁਸੀਂ ਲਗਾਤਾਰ ਇਸ ਬਾਣੀ ਦੇ ਨਾਲ ਜੁੜੇ ਰਹੋ। ਸਾਡੀ ਕੋਸ਼ਿਸ਼ ਹੋਏਗੀ ਕਿ ਵਿੱਚ ਵਿਚਾਲੇ ਵਿਘਨ ਜਾਂ ਜੋ ਗੈਪ ਪੈਂਦਾ ਹੈ ਉਹਨੂੰ ਘੱਟ ਤੋਂ ਘੱਟ ਰੱਖਣ ਦੀ। ਬਲ ਬਖਸ਼ਣ ਵਾਲਾ, ਹਿੰਮਤ ਬਖਸ਼ਣ ਵਾਲਾ ਉਹ ਪ੍ਰਮਾਤਮਾ ਆਪ ਹੈ। ਅਰਦਾਸ ਬੇਨਤੀ ਕਰਦੇ ਹਾਂ ਉਸ ਪ੍ਰਮਾਤਮਾ ਦੇ ਅੱਗੇ ਕਿ ਸਾਨੂੰ ਬਲ ਬਖਸ਼ੇ, ਹਿੰਮਤ ਬਖਸ਼ੇ, ਸਮਾਂ ਬਖਸ਼ੇ ਕਿ ਇਸ ਕਾਰਜ ਨੂੰ ਅਸੀਂ ਨਿਰੰਤਰ ਰੱਖ ਸਕੀਏ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।